ਬ੍ਰੇਨ ਡਿਸਆਰਡਰਸ ਦੀ ਗੱਲ ਕਰੀਏ ਤੇ ਕਈ ਟੌਪਿਕ ਆ ਜਾਂਦੇ ਆ। ਕੁਛ ਆਪਾਂ ਪਿਛਲੇ ਹਫਤੇ ਗੱਲਾਂ ਕੀਤੀਆਂ ਸੀ, ਅੱਜ ਵੀ ਆਪਾਂ ਉਹਦੇ ਨਾਲ ਇੱਕ ਕੰਸਰਨਡ ਟੌਪਿਕ ਦੇ ਬਾਰੇ ਡਿਸਕਸ ਕਰ ਲਾਂਗੇ, ਜਿਹਦੇ 'ਚ ਆਪਣਾ ਡਿਪਰੈਸ਼ਨ ਆ ਜਾਂਦੀ, ਮੈਂਟਲ ਸਟੇਜ ਆ ਜਾਂਦੀ, ਐਂਗਜ਼ਾਇਟੀ ਆ ਜਾਂਦੀ, ਸਟ੍ਰੈਸ ਆ ਜਾਂਦੀ। ਤੁਹਾਨੂੰ ਥੋੜ੍ਹੇ ਟਾਈਮ 'ਚ ਇਹ ਚਾਨਣ ਪਾਵਾਂਗੇ ਕਿ ਇਹ ਡਿਪਰੈਸ਼ਨ ਦੇ, ਐਂਗਜ਼ਾਇਟੀ ਦੇ, ਸਟ੍ਰੈਸ ਦੇ, ਮੈਂਟਲ ਸਟੇਜ ਦੇ ਕਾਰਨ ਕੀ ਨੇ। 80% ਲੋਕਾਂ ਦੇ ਵਿੱਚ ਡਿਪਰੈਸ਼ਨ ਕੈਮੀਕਲ ਚੇਂਜਸ ਇਨ ਦਾ ਬ੍ਰੇਨ ਐਂਡ ਦਾ ਬੋਡੀ 'ਚ ਜਿਹੜੀਆਂ ਚੇਂਜਸ ਆਉਂਦੀਆਂ ਉਹਦੇ ਕਾਰਨ ਹਾਰਮੋਨਲ ਇੰਬੈਲੈਂਸ ਹੋ ਜਾਂਦਾ। ਯੰਗ ਬੱਚਿਆਂ ਦੇ, ਲੜਕੇ ਲੜਕੀਆਂ ਨਾਲ ਮੈਂ ਡੀਲ ਕਰ ਰਿਹਾ, ਜਿਹੜੇ ਵਿਚਾਰੇ ਡਿਪਰੈਸ਼ਨ ਦੀਆਂ, ਸਟ੍ਰੈਸ ਦੀਆਂ ਇੰਨੀਆਂ ਕੁ ਦਵਾਈਆਂ ਖਾ ਰਹੇ ਨੇ, ਕਈ ਕਾਰਨਾਂ ਕਰਕੇ ਬ੍ਰੇਨ ਨੂੰ ਬਲੱਡ ਸਪਲਾਈ ਨਹੀਂ ਜਾ ਰਹੀ ਹੁੰਦੀ। ਉਹਦੇ 'ਚ ਤੁਹਾਡੀ ਮੈਡੀਟੇਸ਼ਨ, ਯੋਗਾ ਤੇ ਐਕਸਰਸਾਈਜ਼, ਦੂਸਰਾ ਐਡਿਕੁਏਟ ਡਾਈਟ। ਇਹਦਾ ਜੇ ਇਲਾਜ ਹੈ ਤੇ ਸਿਰਫ ਆਯੁਰਵੈਦਿਕ। नमस्कार, सत श्री अकाल, आदाब। मैं हूं डॉक्टर कुमार, नैचुरल होलिस्टिक आयुर्वेदिक हैल्थ सेंटर 'ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਿਆਰੇ ਦਰਸ਼ਕੋ, ਤੁਸੀਂ ਨੋਟ ਕੀਤਾ ਪਿਛਲੇ 1-2 ਹਫ਼ਤਿਆਂ 'ਚ ਆਪਾਂ ਗੱਲਾਂ ਕੀਤੀਆਂ ਥਾਇਰਾਇਡ ਗਲੈਂਡ ਦੀਆਂ, ਬ੍ਰੇਨ ਡਿਸਆਰਡਰਸ ਦੀਆਂ, ਮੈਂਟਲ ਪ੍ਰੋਬਲਮਸ, ਕਿਉਂਕਿ ਜ਼ਿਆਦਾਤਰ ਕੰਸਰਨ ਇਹ ਹਾਰਮੋਨਸ ਦਾ ਹੀ ਹੁੰਦਾ, ਜਿਹਦੇ 'ਚ ਥਾਇਰਾਇਡ ਗਲੈਂਡ ਦਾ ਵੀ ਬਹੁਤ ਰੋਲ ਹੈ, ਪਿਟਿਊਟਰੀ ਗਲੈਂਡ ਦਾ ਵੀ ਬਹੁਤ ਰੋਲ ਹੈ। ਬ੍ਰੇਨ ਡਿਸਆਰਡਰਸ ਦੀ ਗੱਲ ਕਰੀਏ ਤੇ ਕਈ ਟੌਪਿਕ ਆ ਜਾਂਦੇ ਆ। ਕੁਛ ਆਪਾਂ ਪਿਛਲੇ ਹਫ਼ਤੇ ਗੱਲਾਂ ਕੀਤੀਆਂ ਸੀ, ਅੱਜ ਵੀ ਆਪਾਂ ਉਹਦੇ ਨਾਲ ਇੱਕ ਕੰਸਰਨਡ ਟੌਪਿਕ ਦੇ ਬਾਰੇ ਡਿਸਕਸ ਕਰ ਲਾਂਗੇ, ਜਿਹਦੇ 'ਚ ਆਪਣਾ ਡਿਪਰੈਸ਼ਨ ਆ ਜਾਂਦੀ ਹੈ, ਮੈਂਟਲ ਸਟੇਜ ਆ ਜਾਂਦੀ, ਐਂਗਜ਼ਾਇਟੀ ਆ ਜਾਂਦੀ, ਸਟ੍ਰੈਸ ਆ ਜਾਂਦੀ ਹੈ। ਤੁਹਾਨੂੰ ਥੋੜ੍ਹੇ ਟਾਈਮ 'ਚ ਇਹ ਚਾਨਣ ਪਾਵਾਂਗੇ ਕਿ ਇਹ ਡਿਪਰੈਸ਼ਨ ਦੇ, ਐਂਗਜ਼ਾਇਟੀ ਦੇ, ਸਟ੍ਰੈਸ ਦੇ, ਮੈਂਟਲ ਸਟੇਜ ਦੇ ਕਾਰਨ ਕੀ ਨੇ, ਕਿਉਂ ਇਹ ਚੀਜ਼ ਆਮ ਕਾਮਨ ਹੈ। 80% ਲੋਕਾਂ ਦੇ ਵਿੱਚ ਡਿਪਰੈਸ਼ਨ, ਪਰ ਮੈਡੀਕਲੀ ਤੁਹਾਨੂੰ ਮੈਂ ਦੱਸਾਂ ਤੇ ਅਸੀਂ ਇਹਨੂੰ 2 ਤਰ੍ਹਾਂ ਦੀ ਕਹਿੰਦੇ ਹਾਂ, ਇੱਕ ਰਿਐਕਟਿਵ ਤੇ ਇੱਕ ਐਂਡੋਜੀਨਸ ਜਾਂ ਆਰਗੈਨਿਕ। ਰਿਐਕਟਿਵ ਜਿਹੜੀ ਡਿਪਰੈਸ਼ਨ ਆ, ਤੁਸੀਂ ਸਮਝੋ ਡਿਊ ਟੂ ਦ ਲਾਸ ਆਫ ਸਮ ਲਵਡ ਵਨ ਔਰ ਲਾਸ ਆਫ ਬਿਜ਼ਨਸ। ਸਮਝੋ ਵੀ ਕਿਸੇ ਦੇ ਰਿਸ਼ਤੇਦਾਰ ਦੀ ਡੈਥ ਹੋ ਗਈ ਹੈ, ਉਹਦੇ ਕਰਕੇ ਵੀ ਕਈ ਸੱਜਣ ਮਿੱਤਰ, ਭੈਣ ਭਰਾਵਾਂ ਨੂੰ ਡਿਪਰੈਸ਼ਨ ਹੋ ਜਾਂਦੀ ਹੈ। ਕਿਸੇ ਦੇ ਹਸਬੈਂਡ ਦੀ, ਬॉयਫ੍ਰੈਂਡ ਦੀ ਡੈਥ ਹੋ ਗਈ ਤਾਂ। ਇਸੇ ਤਰ੍ਹਾਂ ਕਿਸੇ ਦਾ ਬਿਜ਼ਨਸ ਦਾ ਲਾਸ ਹੋ ਗਿਆ, ਕਈ ਵਾਰੀ ਉਹਦੇ ਕਰਕੇ ਵੀ ਡਿਪਰੈਸ਼ਨ ਹੋ ਜਾਂਦੀ ਹੈ। ਦਿਸ ਇਜ਼ ਕਾਮਨ, ਨੈਚੁਰਲ। ਦਿਸ ਇਜ਼ ਵਨ ਆਫ ਦਾ ਟਾਈਪ ਜਿਹਨੂੰ ਆਪਾਂ ਕਿਹਾ ਰਿਐਕਟਿਵ ਡਿਪਰੈਸ਼ਨ। ਦੂਸਰੀ ਆ ਜਾਂਦੀ ਆਰਗੈਨਿਕ ਔਰ ਐਂਡੋਜੀਨਸ ਡਿਪਰੈਸ਼ਨ। ਇਹ ਬਹੁਤ ਡਿਟੇਲ 'ਚ ਤੁਹਾਨੂੰ ਦੱਸਣਾ ਚਾਹੁੰਦਾ। ਇਹ ਡਿਊ ਟੂ ਦਾ change in the chemicals in the brain and the body। ਬਹੁਤ ਕਾਰਨਾਂ ਕਰਕੇ ਬਾਡੀ ਦੇ ਵਿੱਚ ਕੈਮੀਕਲ ਦੀ ਚੇਂਜਸ ਕਰਕੇ ਬਾਡੀ 'ਚ ਵੀ ਚੇਂਜਸ ਆਉਂਦੀਆਂ ਕੈਮੀਕਲਸ ਦੀਆਂ, ਬ੍ਰੇਨ 'ਚ ਵੀ ਚੇਂਜਸ ਆਉਂਦੀਆਂ ਕੈਮੀਕਲਸ ਦੀਆਂ। ਉਹਦੇ ਕਾਰਨ ਕੀ ਆ ਕਿ ਬਹੁਤੀ ਦੁਨੀਆ 'ਤੇ ਮੈਂ ਦੇਖਿਆ ਜਾਵੇ ਤੇ ਕਿੰਨੀਆਂ ਅੰਗਰੇਜ਼ੀ ਦਵਾਈਆਂ ਖਾ ਰਹੇ ਹੁੰਦੀਆਂ, these are all chemicals। ਉਹ ਕੈਮੀਕਲਸ ਜਿਹੜੇ ਆ ਹੌਲੀ ਹੌਲੀ ਬ੍ਰੇਨ ਨੂੰ ਡਿਫਰੈਂਟ ਮੈਸੇਜਸ ਭੇਜਦੇ। ਦੈਟ ਇਜ਼ ਆਲਸੋ ਵਨ ਆਫ ਦਾ ਰੀਜ਼ਨ ਆਫ ਦਾ ਆਰਗੈਨਿਕ ਡਿਪਰੈਸ਼ਨ। ਦੂਸਰਾ ਇਹ ਹੈ ਕਿ ਹਾਰਮੋਨਲ ਵੀ ਇਹ ਚੇਂਜਸ ਹੁੰਦੀਆਂ, ਜਿਹੜੀਆਂ ਮੋਸਟਲੀ ਲੇਡੀਜ਼ ਹੁੰਦੀਆਂ। ਮੋਸਟਲੀ ਗਰਲਸ ਨੂੰ ਮੈਂਸਿਸ ਦੇ ਵਿੱਚ ਜਾਂ ਲੇਡੀਜ਼ ਨੂੰ ਮੀਨੋਪਾਸ ਦੇ ਵਿੱਚ ਹਾਰਮੋਨਲ ਚੇਂਜ ਹੋ ਰਿਹਾ ਹੁੰਦਾ। ਡਿਊ ਟੂ ਦਾ ਚੇਂਜ ਆਫ ਦਾ ਹਾਰਮੋਨਲ ਇੰਬੈਲੈਂਸ ਸਮਟਾਈਮਸ ਦੈਟ ਆਲਸੋ ਕਾਜ਼ਸ ਡਿਪਰੈਸ਼ਨ, ਬਟ ਦੈਟ ਇਜ਼ ਟੈਂਪਰੇਰੀ, ਮੋਮੈਂਟਰੀ। ਲੜਕੀਆਂ ਨੂੰ ਮੈਂਸਿਸ ਦੇ ਦੌਰਾਨ ਜਦੋਂ ਚੇਂਜਸ ਆ ਰਹੀਆਂ ਹੁੰਦੀਆਂ ਹਾਰਮੋਨਸ ਦੇ ਵਿੱਚ, ਉਦੋਂ ਵੀ ਥੋੜ੍ਹੀ ਬਹੁਤੀ ਬਾਡੀ 'ਚ ਚੇਂਜਸ ਕਰਕੇ ਨਿਊਰੋ ਟਰਾਂਸਮਿਟਰਸ ਨੈਗੇਟਿਵ ਮੈਸੇਜਸ ਬ੍ਰੇਨ ਨੂੰ ਭੇਜਦੇ ਹੁੰਦੇ, ਜਿਹਦੇ ਕਰਕੇ ਬੱਚਿਆਂ ਨੂੰ ਵੀ ਕਈ ਵਾਰੀ ਡਿਪਰੈਸ਼ਨ ਹੋ ਜਾਂਦੀ। ਇਸੇ ਤਰ੍ਹਾਂ ਲੇਡੀਜ਼ ਨੂੰ ਮੀਨੋਪਾਸ ਕਰਕੇ ਜਿਹੜੀ ਕੈਮੀਕਲ ਚੇਂਜ ਹੈ, ਕੈਮੀਕਲ ਚੇਂਜਸ ਇਨ ਦਾ ਬ੍ਰੇਨ ਐਂਡ ਦਾ ਬੋਡੀ 'ਚ ਜਿਹੜੀਆਂ ਚੇਂਜਸ ਆਉਂਦੀਆਂ ਉਹਦੇ ਕਾਰਨ ਹਾਰਮੋਨਲ ਇੰਬੈਲੈਂਸ ਹੋ ਜਾਂਦਾ। ਬ੍ਰੇਨ ਦੇ ਵਿੱਚ ਜਦੋਂ ਵੀ ਕੋਈ ਕੈਮੀਕਲ ਚੇਂਜ ਆਏਗਾ, ਨਿਊਰੋ ਟਰਾਂਸਮਿਟਰਸ ਨੂੰ ਡਿਫਰੈਂਟ ਮੈਸੇਜਸ ਆਉਣਗੇ, ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ। ਅੱਛਾ, ਇਹ ਤਾਂ ਹੋਈ ਆ ਵੀ 2 ਟਾਈਪਸ ਦੇ ਕਾਰਨ ਤੁਹਾਨੂੰ ਦੱਸ ਦਿੱਤੇ। ਇਹਨਾਂ ਕਾਰਨਾਂ ਦੇ ਵਿੱਚ ਹੀ ਕਈ ਗੱਲਾਂ ਆਪਾਂ ਕਰਨੀਆਂ। ਹਮੇਸ਼ਾ ਦੇਖੋ 2-4 ਕਾਰਨ ਜਿਹੜੇ ਕੈਮੀਕਲਸ ਦੇ ਵਿੱਚ ਤੁਹਾਡੀ ਜੇ ਨੌਲੇਜ ਵਧਾਈਏ ਤੇ ਮੇਨ ਗੱਲਾਂ ਹਾਰਮੋਨਸ, ਜਾਂ ਸਮਝੋ due to the lack of the lithium in the brain, lack of the serotonin in the brain, lack of the tyrosine in the brain and lack of tryptophan in the brain। ਪਹਿਲੇ 2 ਜਿਹੜੇ ਮੈਂ ਨਾਂ ਲਿੱਤੇ, ਸੈਰੋਟੋਨਿਨ ਔਰ ਲਿਥੀਅਮ,
ਇਹ ਦੋ ਤਰ੍ਹਾਂ ਦੇ ਬੜੇ ਇੰਪੋਰਟੈਂਟ ਆਰਗਨਸ ਨੇ। ਕਈ ਕਾਰਨਾਂ ਕਰਕੇ ਬੋਡੀ ਦੇ ਵਿੱਚ, ਬ੍ਰੇਨ ਦੇ ਵਿੱਚ ਇਹਨਾਂ ਦੀ ਕਮੀ ਆ ਜਾਂਦੀ ਹੈ। ਦੂਸਰਾ ਜਿਹੜੇ ਸੈਰੋਟੋਨਿਨ, ਲਿਥੀਅਮ, ਦੂਸਰੇ ਆ ਗਏ ਟ੍ਰਿਪਟੋਫੈਨ ਔਰ ਟਾਇਰੋਸਨ। ਤੁਹਾਨੂੰ ਯਾਦ ਹੋਏਗਾ ਪਿਛਲੇ ਹਫਤੇ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਥਾਇਰਾਇਡ ਦੀ, ਤੇ ਉਹਦੇ ਵਿੱਚ ਵੀ ਥਾਇਰਾਇਡ ਦਾ, ਕਿਉਂਕਿ ਥਾਇਰਾਇਡ ਗਲੈਂਡ ਇਜ਼ ਗਰੋਥ ਹਾਰਮੋਨ, ਉਹਦਾ ਰੋਲ ਹੁੰਦਾ ਇਹ ਟਾਇਰੋਸਨ ਲੈਵਲ ਦਾ, ਜਿਹੜਾ ਮੈਂ ਦੱਸਿਆ ਸੀ ਤੁਹਾਨੂੰ ਡਿਟੇਲ ਦੇ ਵਿੱਚ, T3, T4 ਔਰ TSH ਥਾਇਰਾਇਡ ਸਟਿਮੂਲੇਟਿੰਗ ਹਾਰਮੋਨ। ਟਾਇਰੋਸਨ ਦੀ ਕਮੀ ਜਦੋਂ ਆ ਜਾਂਦੀ ਹੈ ਤੇ ਬ੍ਰੇਨ ਦੇ ਵਿੱਚ ਜਿਹੜੇ ਨਿਊਰੋ ਟਰਾਂਸਮਿਟਰਸ ਨੇ ਨੈਗੇਟਿਵ ਇੰਪਲਸਿਸ ਭੇਜਦੇ, ਜਿਹਦੇ ਕਰਕੇ ਬ੍ਰੇਨ ਦੇ ਵਿੱਚ ਐਕਟੀਵਿਟੀ ਘਟ ਜਾਂਦੀ ਹੈ ਔਰ ਲੋਕਾਂ ਨੂੰ ਡਿਪਰੈਸ਼ਨ ਔਰ ਸਟ੍ਰੈਸ ਜਦੋਂ ਕਿਸੇ ਨੂੰ ਆ ਜਾਏ ਤੇ ਆਦਮੀ ਇੰਨੀ ਸਮਟਾਈਮਸ ਇਟ ਇਜ਼ ਵੈਰੀ ਸੀਰੀਅਸ, ਇੱਥੇ ਤੱਕ ਕਿ ਬੱਚੇ ਸੁਈਸਾਈਡ ਕਰਨ ਨੂੰ ਫਿਰਦੇ ਆ ਔਰ ਮਾਂ-ਬਾਪ ਨਾਲ ਲੜਦੇ ਆ, ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ। ਸਭ ਤੋਂ ਵਧੀਆ ਤਰੀਕਾ ਇਹ ਹੀ ਹੈ ਕਿ ਸਟਾਰਟ ਥਿੰਕਿੰਗ ਪੋਜ਼ਿਟਿਵ, ਫੋਰਗੇਟ ਵਾਟ ਐਵਰ ਹੈਪਨ ਇਨ ਦਾ ਪਾਸਟ। अपने माइंड को अपने आप सेट करना, तो यही सोचो जो हुआ सो अच्छा हुआ, जो हो रहा सो अच्छा हुआ और जो आगे होगा और भी अच्छा होगा। कई कारणों करके, कमियां करके बच्चों को देखो, कोई पैसे की कमी है, किसी को जॉब की टेंशन है, किसी को समझो किराया नहीं दे रहे, ਜਾਂ कोई प्रॉपर्टी दी, किसी को मतलब हर तरह की टेंशन है भी बिजनेस नाल कंसर्न हर एक दे माइंड 80% ऑफ द पीपल आर गोइंग सम सॉर्ट ऑफ डिप्रैशन। हर आदमी को किसी ना किसी कारण की कोई डिप्रैशन होती। जिदा बिजनेस की गल की, पैसे की, क्योंकि मेन चीज़ तो पैसा ही है, पर इनू कंट्रोल करन दा तुहाडे हत्थ च करना है मैडिटेशन, योगा ते पॉजिटिव थिंकिंग। और इहदा जे इलाज है तो सिर्फ आयुर्वेदिक। और मेरे लखां एपीसोड्स तुसीं मेरे कोलों नाम भी सुन चुके हो। ये चीज़ां जड़ियां ने ब्रेन टॉनिक ने आयुर्वेदिक, जिन्हां दा कोई साइड इफेक्ट नहीं। एलोपैथी दियां एंटी डिप्रैसेंट दवाइयां जिन्ने बच्चे खा रहे ने इन्नी सीरीयस प्रॉब्लम ने, और फिर वो बेचारे सारी उम्र खाते वो विचों नहीं निकलते, क्योंकि आई एम डीलिंग विद यंग वंस, यंग बच्चों के लड़के लड़कियां ना मैं डील कर रहा, जेडे बेचारे डिप्रैशन दियां, स्ट्रैस दियां इन्नियां दवाइयां खा रहे हैं, और उन्होंने जो हालत है, जो उन्होंने माँ प्यो की हालत है, बच्चे बेचारे कभी पुलिस को कॉल कर लेंगे, कभी माँ बाप को हॉस्पिटल ले जाना पैंदा। और क्योंकि उहदे विच होर की सिम्पटम्स होंदे आ जां कमियां की आंदियां। पहली गल है एग्जॉस्ट, बच्चा एग्जॉस्ट फील करता, एग्जॉशन। दूसरा लॉस ऑफ एनर्जी, फिजिकल एंड मेंटल एनर्जी, लॉस ऑफ एपेटाइट और एंथुजियाज्म, जिहड़ा जोश है नहीं आता। बच्चा एग्जॉस्टिड फील करता है, माइंड अपसैट रहिंदा, क्योंकि माइंड दे विच एक तो प्रॉब्लम यह है कि डिप्रैशन करके नैगेटिव थिंकिंग। दूसरा जिन्नियां एलोपैथी दियां एंटी डिप्रैसेंट मैडिसिन्स बच्चे खा रहे हैं, उन्हां दे नाल बिकॉज ऑफ द कैमिकल्स गोइंग इन द ब्रेन सेंडिंग द नैगेटिव ट्रांसमिटर, न्यूरो ट्रांसमिटर। किन्नियां एग्जाम्पल दवां थोड़ियां, ऑल ओवर इंडिया, ऑल ओवर अमेरिका में जिन्हां नाल डील कर रहे हैं, उन्हां बच्चों को पुछ के देखो कि किन्ने किन्ने सालों तो वो एंटी डिप्रैसेंट मैडिसिन्स खा रहे हैं। और उन्हां दे माँ प्यो को पुछो कि बच्चे जो माँ प्यो नाल लड़ते हैं, मेरे नाल उन्हां दी वीडियो टॉक होंदी, मैं देखी सारी फैमिली दे विच माँ प्यो बैठे, भरा भैन बैठे, लेकिन वो बच्चों का जो हालत देखी मैं, ओनली बिकॉज दे आर गोइंग अंडर डिप्रैशन। इस करके टॉपिक अज दा चुनिया कि कंसर्न सीगा पिछले 2 हफ्ते आपां जिहड़े गल्लां कीतियां सीगियां थायराइड बारे जां ब्रेन डिसऑर्डर्स बारे, क्योंकि ब्रेन दे विच ही तुहानूं दस्सिया सी मास्ट एवरीथिंग इज इन द ब्रेन। भावें आपां कोई सैक्स की प्रॉब्लम की गल करदे, किन्ने आपां एपीसोड मर्दाना ताकत बारे कर चुके हैं, और मैं हर बारी दस्सिया कि एवरीथिंग इज इन द ब्रेन। ब्रेन दे विच एक पिट्यूटरी ग्लैंड इज अ मास्टर ग्लैंड ऑफ द एंडोक्राइन ऑर्केस्ट्रा कंट्रोलिंग ऑल अदर ग्लैंड्स। भावें आपां थायराइड ग्लैंड की गल करिए, एड्रीनल ग्लैंड की गल करिए, ग्लैंड्स तो सारे बॉडी च बड़े ने, पर मेन जिहड़े 2 आपां पिछले हफ्ते गल की सी थायराइड ग्लैंड एंड पिट्यूटरी ग्लैंड, ये सारा ज़्यादा कंट्रोल करते हैं। इस करके जे किसी को इहो जी स्टेज है तो पहली गल नोट करो कि अवॉइड करो तुसी कैमिकल्स अपनी बॉडी च सुट्टन दे। तुहाडे डॉक्टर्स मजबूरी तुहानूं, क्योंकि उस वेले जां तो नींद दी दवाइयां दे दिंदे ने, पर वो फिर छड्ड नहीं सकते। ਉਹਦੇ ਚ ਕਾਰਨ ਹੈ ਕਿ ਜੇ ਤੁਸੀਂ ਉਹ ਦਵਾਈਆਂ ਖਾ ਰਹੇ ਹੋ 2 4 6 ਮਹੀਨੇ, ਸਾਲ 2 ਸਾਲ ਤੋਂ, लेकिन ਜਦੋਂ ਛੱਡੋਗੇ और एडा कि नैगेटिव रिस्पॉन्स आएगा, तो लगेगा कि मैं सुइसाइड कर लूँ। आई एम टेलिंग यू प्रैक्टिकली, आई एम डीलिंग विद दीज काइंड ऑफ फैमिलीज एंड द चिल्ड्रन
ਐਟ ਪ੍ਰੈਜ਼ੈਂਟ ਰਾਈਟ ਨਾਓ ਜੋ ਬੱਚਿਆਂ ਦੀ ਮਾਂ-ਬਾਪ ਦੀ ਹਾਲਤ ਹੁੰਦੀ ਮੈਂ ਦੱਸ ਨਹੀਂ ਸਕਦਾ। ਇਸ ਕਰਕੇ ਪਿਆਰੇ ਦਰਸ਼ਕੋ, ਉਸ ਕਰਕੇ ਜੇ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਮੈਂਟਲ ਪ੍ਰੋਬਲਮ ਹੈ, ਕੋਈ ਡਿਪਰੈਸ਼ਨ ਹੈ, ਕੋਈ ਸਟ੍ਰੈਸ ਹੈ, ਕੋਈ ਐਂਗਜ਼ਾਇਟੀ ਹੈ, ਕੋਈ ਚਿੰਤਾ ਨਾ ਕਰੋ। ਚਿੰਤਾ ਚਿਖਾ ਬਰਾਬਰ ਸਿਆਣੇ ਨੇ ਕਿਹਾ ਉਹਦਾ ਸਭ ਤੋਂ ਵੱਡਾ ਇਲਾਜ ਹੈ ਸਟਾਰਟ ਥਿੰਕਿੰਗ ਪੋਜ਼ਿਟਿਵ। ਨੈਗੇਟਿਵ ਸੋਚਣਾ ਬੰਦ ਕਰ ਦਿਓ। ਜੋ ਪਿੱਛੇ ਹੋ ਚੁੱਕਾ ਉਹਨੂੰ ਭੁੱਲ ਜਾਓ ਔਰ ਜਿੱਦਾਂ ਹੁਣ ਪੋਜ਼ਿਟਿਵ ਰਹਿਣਾ, ਪੋਜ਼ਿਟਿਵ ਸੋਚ ਕੇ ਰਹਿਣਾ। ਉਹਦੇ ਵਿੱਚ ਇਹ ਸੋਚੋ ਕਿ ਸਟਾਰਟ ਥਿੰਕਿੰਗ ਪੋਜ਼ਿਟਿਵ ਵੀ ਕਿੱਦਾਂ ਬੈਟਰ ਕਰਨਾ, ਜਿਹੜਾ ਤੁਸੀਂ 50% ਤੇ ਆਪਣੇ ਆਪ ਹੀ ਕਰ ਸਕਦੇ। ਪਰ ਜਿੰਨੀਆਂ ਆਯੁਰਵੈਦਿਕ ਤੁਹਾਨੂੰ ਮੈਂ ਹਜ਼ਾਰਾਂ ਵਾਰੀ ਲੱਖਾਂ ਐਪੀਸੋਡ 'ਚ ਆਲਰੇਡੀ ਦੱਸ ਚੁੱਕਾ, ਬ੍ਰਹਮੀ, ਸ਼ੰਖ ਪੁਸ਼ਪੀ, ਜੜਾਮਾਨਸੀ, ਜੋਤਿਸ਼ਮਤੀ, ਮਿਊਕਿਨਾ ਪ੍ਰੂਡੀਅੰਸ, ਕੌਂਚ ਬੀਜ, ਇਹ ਚੀਜ਼ਾਂ ਜਿਹੜੀਆਂ ਨਾਲੇ ਬ੍ਰੇਨ ਟੌਨਿਕ ਨੇ। ਔਰ ਫਿਰ ਮੈਂ ਤੁਹਾਨੂੰ ਉਹਨਾਂ ਚੀਜ਼ਾਂ ਦੇ ਨਾਮ ਤੱਕ ਦੱਸੇ ਜਿਨ੍ਹਾਂ ਦੀ ਕਮੀ ਕਰਕੇ, ਜਿੱਦਾਂ due to the lack of the serotonin, lack of tryptophan, lack of tyrosine और lack of lithium in the brain। ਇਹ ਚੀਜ਼ਾਂ ਤੁਹਾਨੂੰ ਡਾਈਟ 'ਚ ਵੀ ਮਿਲਦੀਆਂ ਨੇ, ਆਯੁਰਵੈਦਿਕ ਕਨਸਟੀਚੂਐਂਟਸ ਇਨਗਰੀਡੀਐਂਟਸ 'ਚ ਵੀ ਮਿਲਦੀਆਂ ਨੇ। ਬ੍ਰੇਨ ਟੌਨਿਕ ਨੇ ਦੇਸੀ ਔਰ ਆਯੁਰਵੈਦਿਕ ਇਲਾਜ। ਬ੍ਰੇਨ ਟੌਨਿਕ ਜਿਨ੍ਹਾਂ 'ਚ ਤੁਸੀਂ ਕਈ ਵਾਰੀ ਮੇਰੇ ਕੋਲ ਸੁਣਿਆ, ਭਾਵੇਂ one of them is within somnifera as well। ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਸਾਡੇ ਕੋਲ ਮਿਲਦੀਆਂ, ਇੱਕ ਤਾਂ ਹਾਂ ਫਿਰ ਹੋਏਗਾ ਕੀ ਇਹਦੇ ਨਾਲ, ਜਦੋਂ ਡਿਪਰੈਸ਼ਨ, ਪਹਿਲੀ ਗੱਲ ਇਨਸੋਮਨੀਆ, ਨੀਂਦ ਨਹੀਂ ਆਏਗੀ ਚੱਜ ਨਾਲ, ਇਨਸੋਮਨੀਆ, ਭੁੱਖ ਮਰ ਜਾਏਗੀ, ਲਾਸ ਆਫ ਐਪੇਟਾਈਟ, ਐਨੋਰੈਕਸੀਆ ਨਰਵੋਜ਼ਾ, ਨੀਂਦ ਦਾ ਨਾਂ ਨਾ ਇਨਸੋਮਨੀਆ, ਲੈਕ ਆਫ sleep, lack of appetite, lack of physical, mental and sexual energy, or due to the lack of the hormonal imbalance also there are body ਜਿਹੜੀਆਂ changes chemicals ਕਰਕੇ body and mind। ਇੱਕ ਮੇਨ ਯਾਦ ਰੱਖਣਾ, ਡਿਪਰੈਸ਼ਨ ਦਾ ਸਭ ਤੋਂ ਵੱਡਾ ਕਾਰਨ ਜਿਹੜਾ due to the chemical changes in body and mind ਜਾਂ brain 'ਚ, ਉਹ ਜਿਹੜੇ chemicals brain ਨੂੰ ਜਾ ਕੇ ਨੈਗੇਟਿਵ ਨਿਊਰੋ ਟਰਾਂਸਮਿਟਰਸ ਭੇਜਦੇ, ਕਿਉਂਕਿ ਇੰਪਲਸਿਸ ਜਿਹੜੀਆਂ ਜਿੰਨਾ ਜਾ ਕੇ ਨਿਊਰੋਨਸ ਨੇ ਕੰਮ ਕਰਨਾ ਸਾਰਾ, ਉਹਦੇ 'ਚ ਸਿਰਫ ਤੇ ਸਿਰਫ ਇਲਾਜ ਹੈ ਤੇ ਆਯੁਰਵੇਦ, ਹੋਲਿਸਟਿਕ ਆਯੁਰਵੈਦਿਕ ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨ ਦੇ ਫਾਰਮੂਲੇ, ਜਿਹੜਾ ਸਿਰਫ ਕੱਲਾ ਤੁਹਾਨੂੰ ਡਿਪਰੈਸ਼ਨ ਨਹੀਂ ਦੂਰ ਕਰਦੇ, ਨਾਲੇ ਫਿਜ਼ੀਕਲ, ਮੈਂਟਲ ਐਂਡ ਸੈਕਸੁਅਲ એનર્ਜੀ ਵੀ ਆਉਂਦੀ ਉਹਦੇ 'ਚ। ਜਸਟ ਲਾਈਕ ਬ੍ਰੇਨ ਟੌਨਿਕ ਨੋਰਮਲ ਆਦਮੀ ਵੀ ਲੈ ਸਕਦਾ, ਡਜ਼ਨਟ ਮੈਟਰ ਕਿੰਨੀ ਮਰਜ਼ੀ ਏਜ ਹੋ ਜਾਏ। ਹੈਰਾਨੀ ਇਹ ਗੱਲ ਹੈ ਕਿ ਦੇਖੋ ਵਿਆਹ ਸ਼ਾਦੀ ਤੋਂ ਬਾਅਦ ਜਾਂ 40-50 ਸਾਲ ਤੋਂ ਬਾਅਦ ਇਨਸਾਨ ਨੂੰ ਕੋਈ ਇਹੋ ਜਿਹੀ ਗੱਲ ਹੋਵੇ ਤਾਂ ਨਜ਼ਰ ਆਉਂਦੀ, ਪਰ ਅੱਜ ਕੱਲ੍ਹ ਬਹੁਤੇ ਬੱਚਿਆਂ ਨੂੰ ਇਹ ਪ੍ਰੋਬਲਮਸ ਆ ਰਹੀਆਂ। ਕਾਰਨ ਹੈ ਕਿ ਨਾ ਵਿਚਾਰਿਆਂ ਕੋਲ ਕਈ ਵਾਰੀ ਜੌਬਸ ਹੁੰਦੀ ਹੈ, ਕਈ ਵਾਰੀ ਕੋਈ ਖਾਣੇ ਦੀ ਕਮੀ, ਜਾਂ ਕੋਈ ਪ੍ਰੋਬਲਮ ਇਹ ਹੈ ਕਿ ਅੱਛੀ ਡਾਈਟ ਨਹੀਂ ਮਿਲਦੀ। ਸੋ ਡਿਊ ਟੂ ਕਵਰ ਆਲ ਦੈਟ, ਜਸਟ ਥਿੰਕ ਆਫ ਦ ਪੋਜ਼ਿਟਿਵ। ਕਈ ਵਾਰੀ ਵਨ ਆਫ ਦਾ ਰੀਜ਼ਨ ਇਜ਼ ਆਲਸੋ ਇਨਹੈਰੀਟੈਂਸ, ਵੀ ਫੈਮਿਲੀ 'ਚ ਕੋਈ ਪ੍ਰੋਬਲਮ ਹੋਵੇ। ਕਈ ਬੱਚਿਆਂ ਦੀ ਫੈਮਿਲੀ ਪ੍ਰੋਬਲਮ, ਮਾਂ-ਬਾਪ ਲੜਦੇ ਹੋਣ। ਸੋ ਉਹਦੇ 'ਚ ਦੇਖੋ, ਭਾਵੇਂ ਤੁਸੀਂ ਗ੍ਰੰਥ ਸਾਹਿਬ ਪੜ੍ਹ ਲਓ ਤੇ ਭਾਵੇਂ ਗੀਤਾ ਪੜ੍ਹ ਲਓ, ਉਹਦੇ 'ਚ ਇਹੀ ਦੱਸਿਆ ਕਿ ਹਮੇਸ਼ਾ ਤੁਸੀਂ ਪੋਜ਼ਿਟਿਵ ਸੋਚੋ। ਨੈਗੇਟਿਵ ਥਿੰਕਿੰਗ ਨਾਲ ਤੇ ਨੈਗੇਟਿਵ ਕੈਮੀਕਲਸ ਦੇ ਨਾਲ ਬੋਡੀ 'ਚ ਚੇਂਜਸ ਆਉਂਦੀਆਂ। ਡਿਪਰੈਸ਼ਨ ਜਿੰਨੀ ਮਰਜ਼ੀ ਹੋਵੇ, ਸਟ੍ਰੈਸ ਹੋਵੇ, ਐਂਗਜ਼ਾਇਟੀ ਹੋਵੇ, ਇਨਸੋਮਨੀਆ ਹੋਵੇ, ਐਨੋਰੈਕਸੀਆ ਨਰਵੋਜ਼ਾ ਹੋਵੇ, ਲਾਸ ਆਫ ਐਨਰਜੀ ਹੋਵੇ, ਫਿਜ਼ੀਕਲ, ਮੈਂਟਲ ਕਿਸੇ ਕਿਸਮ ਦਾ ਲਾਸ ਹੋਵੇ, ਇਹ ਟ੍ਰੀਟਮੈਂਟ ਹੈ ਤੇ ਸਿਰਫ ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨ। ਦੂਸਰਾ ਇਹ ਹੁੰਦਾ ਕਾਰਨ ਕਿ ਬ੍ਰੇਨ ਨੂੰ ਬਲੱਡ ਸਪਲਾਈ ਨਹੀਂ ਪਹੁੰਚ ਰਹੀ ਹੁੰਦੀ। ਇੰਨੇ ਐਪੀਸੋਡਸ ਤੁਸੀਂ ਮੇਰੇ ਦੇਖੇ ਆ ਤਾਂ ਉਹਦੇ 'ਚ ਇੱਕੋ ਹੀ ਗੱਲ ਦੱਸੀ ਹੈ ਕਿ ਮੇਨ ਇਨਗਰੀਡੀਐਂਟ ਜਿਹੜਾ ਚਾਹੀਦਾ ਹੁੰਦਾ ਬ੍ਰੇਨ ਨੂੰ, ਕਿ ਉਹਦੀ ਬ੍ਰੇਨ 'ਚ ਬਲੱਡ ਸਪਲਾਈ ਜ਼ਰੂਰੀ ਆ। ਇਹ ਪਿਛਲੇ 1-2 ਹਫ਼ਤਿਆਂ 'ਚ ਤੁਸੀਂ ਲਗਾਤਾਰ ਮੇਰੇ ਦੇਖਿਆ ਕੰਸਰਨ, ਭਾਵੇਂ ਆਪਾਂ ਹਾਰਟ ਦੀ ਗੱਲ ਕੀਤੀ ਸੀ, ਹਾਰਟ ਅਟੈਕ ਦੀ ਗੱਲ ਕੀਤੀ ਸੀ, ਜਾਂ ਕੋਈ ਆਪਾਂ ਸੈਕਸੁਅਲ ਲਾਸ ਦੀ ਗੱਲ ਕੀਤੀ ਸੀ, ਕਿ ਸਾਰਾ ਕੰਮ ਤੇ ਬਲੱਡ ਸਪਲਾਈ ਨੇ। ਬਲੱਡ ਸਪਲਾਈ ਕਰਨੀ ਹਾਰਟ ਨੇ, ਬਲੱਡ ਸਪਲਾਈ, ਔਰ ਬ੍ਰੇਨ ਨੇ ਉੱਥੇ ਜਿਹੜੇ ਮੈਸੇਜ ਭੇਜਣੇ। ਜੇ ਬ੍ਰੇਨ ਨੂੰ ਹੀ ਪ੍ਰੋਪਰ ਬਲੱਡ ਸਪਲਾਈ ਨਹੀਂ ਪਹੁੰਚ ਰਹੀ ਤੇ ਬ੍ਰੇਨ ਦੇ ਵਿੱਚ ਉਹ ਤਾਕਤ ਨਹੀਂ ਰਹਿੰਦੀ, ਜਿਹੜੇ ਗਲੈਂਡਸ ਨੇ ਉਹ ਪੂਰਾ ਕੰਮ ਨਹੀਂ ਕਰਦੇ, ਕੈਮੀਕਲਸ ਜਾ ਕੇ ਫਿਰ ਉਹ ਨਿਊਰੋ ਟਰਾਂਸਮਿਟਰਸ ਨੂੰ ਵੀਕ ਕਰਦੇ। ਬ੍ਰੇਨ 'ਚ ਵੀਕਨੈਸ ਆ ਜਾਏ ਤੇ ਟੋਟਲੀ ਆਦਮੀ ਐਗਜ਼ੌਸਟ ਫੀਲ ਕਰਦਾ, ਜਿਹਦੇ ਕਰਕੇ ਆਦਮੀ ਥੱਕਿਆ ਰਹੇਗਾ, ਐਨਰਜੀ ਨਹੀਂ ਰਹੇਗੀ, ਨੀਂਦ ਪੂਰੀ ਨਹੀਂ ਆਏਗੀ। ਔਰ ਸਭ ਤੋਂ ਵਧੀਆ ਬੈਸਟ ਫਾਰਮੂਲਾ ਜਿਹੜੇ ਹੈ ਆਯੁਰਵੈਦਿਕ 'ਚ, ਕਿ ਨਾਲੇ ਤੇ ਨੀਂਦ ਪ੍ਰੋਪਰ ਆਉਂਦੀ ਹੈ। ਔਰ ਮੇਰੇ ਇੰਨੇ ਐਪੀਸੋਡਸ ਦੇਖਿਆ, ਨੀਂਦ ਹਮੇਸ਼ਾ ਪੂਰੀ ਲਓ, 8 ਘੰਟੇ ਨੀਂਦ ਲਓ, ਬਹੁਤ ਜ਼ਰੂਰੀ ਹੈ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ। ਨੀਂਦ ਬਹੁਤ ਜ਼ਰੂਰੀ ਹੈ। ਔਰ ਜਿੰਨੇ ਡਿਪਰੈਸ਼ਨ, ਐਂਗਜ਼ਾਇਟੀ, ਸਟ੍ਰੈਸ ਜਾਂ ਆਰਗੈਨਿਕ
ਜਾਂ ਐਂਡੋਜੀਨਸ ਜਾਂ ਰਿਐਕਟਿਵ ਡਿਪਰੈਸ਼ਨ ਦੇ ਆਯੁਰਵੈਦਿਕ ਫਾਰਮੂਲੇ ਨੇ, ਉਹਨਾਂ ਦੇ ਨਾਲ ਤੁਹਾਨੂੰ ਪਹਿਲੀ ਗੱਲ ਕਿ ਨੀਂਦ ਪ੍ਰੋਪਰ ਆਈ। ਦੂਸਰਾ, ਜਿਹੜੇ ਬੋਡੀ ਜਾਂ ਮਾਈਂਡ 'ਚ ਨੈਗੇਟਿਵ ਥਾਟਸ ਆਉਂਦੇ ਆ, ਸੁਈਸਾਈਡਲ ਇਫੈਕਟ ਦੇ ਨੌ ਤੇ ਆਦਮੀ ਔਰ ਬੱਚੇ ਲੜਦੇ ਨੇ, ਉਹ ਵੀ ਖਤਮ ਹੋ ਜਾਂਦੇ, ਕਿਉਂਕਿ ਉਹਨਾਂ ਦੇ ਨਾਲ ਬ੍ਰੇਨ ਦੀਆਂ ਨਰਵਸ, ਨਿਊਰੋਨਸ ਅੱਛੇ ਮੈਸੇजेस ਭੇਜਦੇ ਆ, ਨਿਊਰੋ ਟਰਾਂਸਮਿਟਰਸ ਅੱਛੇ ਮੈਸੇਜ ਭੇਜਦੇ, ਇੰਪਲਸਿਸ ਸਾਰੀ ਬੋਡੀ ਦੇ ਵਿੱਚ ਅੱਛੀਆਂ ਜਾ ਰਹੀਆਂ, ਜਿਹਦੇ ਨਾਲ ਪੋਜ਼ੀਟਿਵ ਵਾਈਬਸ ਆਉਂਦੀਆਂ। ਦਿਸ ਇਜ਼ ਪੋਸੀਬਲ ਓਨਲੀ ਡਿਊ ਟੂ ਦ ਆਯੁਰਵੈਦਿਕ ਥੈਰੇਪੀ, ਨੈਚੁਰਲ ਥੈਰੇਪੀ, ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨਸ ਆਰ ਹੋਲਿਸਟਿਕ ਮੈਡੀਸਨਸ, ਜਿਨ੍ਹਾਂ ਦੇ ਮੈਂ ਤੁਹਾਨੂੰ ਕਈਆਂ ਦੇ ਨਾਮ ਤੱਕ ਵੀ ਦੱਸੇ। ਔਰ ਇਹ ਆਪਣੇ ਕੰਟਰੋਲ 'ਚ ਨਹੀਂ ਹੁੰਦਾ, ਇਸ ਕਰਕੇ ਤੁਸੀਂ ਮੇਰੇ ਨੰਬਰ ਲਗਾਤਾਰ ਫਲੈਸ਼ ਕਰਦੇ ਰਹਿੰਦੇ ਸਕਰੀਨ 'ਤੇ, ਮੇਰੇ ਐਪੀਸੋਡ ਲੱਖਾਂ ਤੁਸੀਂ ਦੇਖ ਚੁੱਕੇ ਹੋ। ਜੇ ਕਿਸੇ ਨੂੰ, ਕਿਸੇ ਦੇ ਫੈਮਿਲੀ 'ਚ ਮਾਂ ਬਾਪ ਨੂੰ ਜਾਂ ਬੱਚਿਆਂ ਨੂੰ ਇਹੋ ਜਿਹੀ ਕੋਈ ਪ੍ਰੋਬਲਮ ਹੋਵੇ, ਯੂ ਆਰ ਮੋਸਟ ਵੈਲਕਮ ਟੂ ਲੀਵ ਦਾ ਮੈਸੇਜ, ਅਸੀਂ ਟੇਕ ਕੇਅਰ ਕਰਾਂਗੇ। ਫਿਰ ਤੁਹਾਨੂੰ ਉਹ ਦਵਾਈਆਂ ਜਿਨ੍ਹਾਂ ਦੇ ਮੈਂ ਹਜੇ ਨਾਮ ਤੱਕ ਨਹੀਂ ਦੱਸੇ, ਜਿੰਨੇ ਐਂਟੀ ਡਿਪਰੈਸੈਂਟ ਮੈਡੀਸਨਸ ਨੇ, ਜ਼ਿਪ੍ਰੈਕਸੀਆ ਵੀ ਉਹਨਾਂ 'ਚੋਂ ਆ ਜਾਂਦੀ ਆ, ਹੋਰ ਵੀ ਬੜੇ ਨਾਮ ਨੇ ਪਰ ਮੈਂ ਨਾਮ ਲੈਣਾ ਨਹੀਂ ਚਾਹੁੰਦਾ। ਡਾਕਟਰਸ ਤੁਹਾਡੇ ਪ੍ਰਿਸਕ੍ਰਾਈਬ ਕਰਦੇ ਆ ਇਸ ਕਰਕੇ ਕਿ ਮਜਬੂਰਨ ਉਹਨਾਂ ਨੂੰ ਕਰਨੀ ਪੈਂਦੀ ਆ, ਪਰ ਉਹਦੇ ਨਾਲ ਸਿਰਫ ਤੁਹਾਡਾ ਮਾਈਂਡ ਥੋੜ੍ਹਾ ਕੰਟਰੋਲ ਕਿਉਂ ਹੁੰਦਾ ਕਿ ਤੁਹਾਨੂੰ ਸਮਝੋ ਨੀਂਦ ਆ ਗਈ। ਪਰ worst part of that is you can never get rid of those formula। ਜਦੋਂ ਤੁਸੀਂ ਉਹ ਦਵਾਈਆਂ ਖਾਂਦੇ ਛੱਡਣ ਲੱਗਦੇ ਹੋ ਤੇ ਉਹਦਾ ਉਲਟਾ ਡਬਲ ਨੁਕਸਾਨ ਹੁੰਦਾ। ਫਿਰ ਤੁਹਾਡਾ ਦਿਲ ਕਰੇਗਾ ਮੈਂ ਘਰੋਂ ਛੱਡ ਕੇ ਭੱਜ ਜਾਵਾਂ, ਜਾਂ ਕਿਸੇ ਨਾਲ ਲੜ ਪਾਉਣ, ਜਾਂ ਫੈਮਿਲੀ ਨਾਲ ਲੜ ਪਾਉਣ। ਜੇ ਫੈਮਿਲੀ ਨੂੰ ਤੁਸੀਂ ਜ਼ਬਰਦਸਤੀ ਕਰਦੇ ਹੋ ਤੇ ਕਈ ਵਾਰੀ ਤੁਸੀਂ ਹਸਪੀਟਲਾਂ 'ਚ ਲੈ ਜਾਣਾ ਪੈਂਦਾ, ਉੱਥੇ ਫਿਰ ਜਾ ਕੇ ਤੁਹਾਨੂੰ ਇੰਜੈਕਸ਼ਨ ਦੇ ਦੇਣਗੇ, ਨੀਂਦ ਆ ਜਾਏਗੀ, ਅਗਲੇ ਦਿਨ ਡਿਸਚਾਰਜ ਕਰ ਦੇਣਗੇ। Actually, this is all because of the chemicals in the brain, because of the side effects of those antidepressant chemicals also, because chemicals ने ही सारे body ਦੇ ਵਿੱਚ ਕੰਮ ਖਰਾਬ ਕਰਨਾ, ਸਾਰੇ mind 'ਚ brain 'ਚ ਕੰਮ ਕਰਨਾ, ਤੇ only because of those synthetic preparations, because of those chemicals, and those are the chemicals sending the negative impulses through the neurotransmitters, through the brain, through the nervous tissue, through the neurons। ਸਾਰੀ ਬੋਡੀ 'ਚ ਦੇਖੋ ਨਰਵਸ ਹੈ, ਜਿੱਦਾਂ ਸਾਰੀ ਬੋਡੀ ਦੇ ਵਿੱਚ ਬਲੱਡ ਵੈਸਲਸ ਤੁਹਾਨੂੰ ਨਜ਼ਰ ਆਉਂਦੇ ਆ, ਆਰਟਰੀਜ਼ ਨਜ਼ਰ ਆਉਂਦੀਆਂ ਸਪਲਾਈਂਗ ਦਾ ਬਲੱਡ ਟੂ ਆਲ ਪਾਰਟਸ ਆਫ ਦਾ ਬੋਡੀ, ਵੇਨਸ ਆਰ ਡੀਪ ਸੀਟਡ ਕਲੈਕਟਿੰਗ ਦਾ ਇੰਪਿਓਰ ਬਲੱਡ, ਕੈਰਿੰਗ ਟੂ ਦਾ ਹਾਰਟ ਫॉर ਆਕਸੀਜਨੇਸ਼ਨ ਐਂਡ ਪਿਊਰੀਫਿਕੇਸ਼ਨ। ਉਹਨਾਂ ਦੇ ਥੱਲੇ ਨਰਵ ਜਿਹੜੇ ਥਿਨ ਥਰੈਡ ਟਾਈਪ ਹੁੰਦੀ ਹੈ, ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਬਿਕਾਜ਼ ਵੈਰੀ ਡੀਪ ਸੀਟਡ, ਔਰ ਸਾਰਾ ਕੰਮ ਸਿਰਫ ਨਰਵਸ ਨੇ ਕਰਨਾ ਹੁੰਦਾ। ਜਿੱਦਾਂ ਤੁਸੀਂ ਕੋਈ ਸੂਈ ਚੁੱਭੀ ਜਾਂ ਚੁੰਡੀ ਵੱਡੀ ਇੱਕਦਮ ਪਤਾ ਲੱਗ ਗਿਆ, ਕਿਉਂਕਿ ਸਿੱਧਾ ਪੋਜ਼ੀਟਿਵ ਜਾ ਕੇ ਨੈਗੇਟਿਵ ਬ੍ਰੇਨ ਨੂੰ ਇੰਪਲਸਿਸ ਪਹੁੰਚਦੀਆਂ। ਪਰ ਬ੍ਰੇਨ ਨੂੰ ਜਾਂ ਪੋਜ਼ੀਟਿਵ ਸੋਚਣ ਦੇ ਲਈ ਮਜਬੂਰ ਕਰਨਾ, ਹਾਲਾਂਕਿ ਤੁਹਾਡੇ ਆਪਣੇ ਹੱਥ 'ਚ ਹੈ। ਸ਼ੀਰਸ਼ ਆਸਨ ਕਰ ਸਕਦੇ ਹੋ, ਮੈਡੀਟੇਸ਼ਨ, ਯੋਗਾ ਦੀਆਂ ਕਿੰਨੀਆਂ ਐਕਸਰਸਾਈਜ਼ ਨੇ। ਐਕਸਰਸਾਈਜ਼ ਤੁਸੀਂ ਹਮੇਸ਼ਾ ਕਰੋ, ਕਿਉਂਕਿ ਉਹਦੇ ਨਾਲ ਫਿਰ ਹਾਰਟ ਵੀ ਪ੍ਰੋਪਰ ਫੰਕਸ਼ਨ ਕਰ ਰਿਹਾ, ਬਲੱਡ ਸਪਲਾਈ ਸਾਰੀ ਬ੍ਰੇਨ ਨੂੰ ਵੀ ਪਹੁੰਚਦੀ ਹੈ। ਮੇਨ ਸਪਲਾਈ ਬ੍ਰੇਨ ਨੂੰ ਜਾਣੀ ਜ਼ਰੂਰੀ ਹੈ। ਕਈ ਕਾਰਨਾਂ ਕਰਕੇ ਬ੍ਰੇਨ ਨੂੰ ਬਲੱਡ ਸਪਲਾਈ ਨਹੀਂ ਜਾ ਰਹੀ ਹੁੰਦੀ, ਉਹਦੇ 'ਚ ਤੁਹਾਡੀ ਮੈਡੀਟੇਸ਼ਨ, ਯੋਗਾ ਤੇ ਐਕਸਰਸਾਈਜ਼। ਦੂਸਰਾ, ਐਡੀਕੁਏਟ ਡਾਈਟ ਨੇ ਬੜਾ ਰੋਲ ਉੱਥੇ ਕਰਨਾ, ਔਰ ਉਹ ਡਾਈਟਸ ਜਿਹੜੀਆਂ ਅੱਛੀਆਂ ਪ੍ਰੋਪਰ ਤੁਸੀਂ ਜਿਹਦੇ 'ਚ ਆਪਣੇ ਮਿਨਰਲਸ ਵੀ, ਵਿਟਾਮਿਨਸ ਵੀ, ਫਰੂਟਸ ਵੀ, ਵੈਜੀਟੇਬਲਸ ਵਿੱਚ ਵੀ, ਇਹਨਾਂ ਚੀਜ਼ਾਂ 'ਚ ਤੁਹਾਨੂੰ ਹਰ ਚੀਜ਼ ਮਿਲਦੀ ਹੈ। ਲੇਕਿਨ ਆਯੁਰਵੈਦਿਕ ਫਾਰਮੂਲੇ ਜਿਹੜੇ ਮੈਂ ਲੱਖਾਂ ਐਪੀਸੋਡਸ ਮੈਂਸ਼ਨ ਕਰ ਚੁੱਕਾ, ਨੋਰਮਲ ਆਦਮੀ ਵੀ ਬਿਨਾਂ ਕਿਸੇ ਤਕਲੀਫ ਤੋਂ, ਬਿਨਾਂ ਬਿਮਾਰੀ ਤੋਂ ਵੀ ਖਾ ਸਕਦਾ। The reason is that these are just like the tonics or brain tonics which you are taking from fruits and vegetables। ਇਹਨਾਂ ਚੀਜ਼ਾਂ ਨੂੰ ਜਿੱਦਾਂ ਅਸ਼ਵਗੰਧਾ, ਬ੍ਰਹਮੀ, ਸ਼ੰਖਪੁਸ਼ਪੀ, ਜਟਾਮਾਨਸੀ, ਜੋਤਿਸ਼ਮਤੀ, ਕੌਂਚ ਬੀਜ, ਹੋਰ ਵੀ ਕਈ ਨਾਮ ਨੇ, ਅਸੀਂ ਕਈ ਵਾਰੀ ਸੀਕ੍ਰੇਟ ਨਹੀਂ ਦੱਸਦੇ। ਪਰ ਜਦੋਂ ਕੋਈ ਤੁਹਾਨੂੰ ਇਸ ਦੀ ਫਿਜ਼ੀਕਲ ਐਨਰਜੀ ਦੀ ਲੋੜ ਹੈ, ਮੈਂਟਲ ਐਨਰਜੀ ਦੀ ਲੋੜ ਹੈ, ਸੈਕਸੁਅਲ ਪਾਵਰ ਦੀ ਲੋੜ ਹੈ, ਤੇ ਇਹ ਚੀਜ਼ਾਂ ਤੁਹਾਡੇ ਕੰਮ ਆਉਣੀਆਂ, ਜਿਹੜੀਆਂ ਤੁਹਾਡੇ ਸਮਝੋ ਵੀ 80-90 ਸਾਲ ਤੱਕ ਚੱਲਦੀਆਂ। ਦੈਟ ਇਜ਼ ਦੀਜ਼ ਆਰ ਜਸਟ ਲਾਈਕ ਐਂਟੀ ਏਜਿੰਗ। ਜਿੱਦਾਂ ਤੁਸੀਂ ਸਾਰੀ ਦੁਨੀਆ ਵਿਟਾਮਿਨਸ ਖਾਂਦੀ ਹੈ, ਜਦ ਕਿ ਉਹ ਵਿਟਾਮਿਨਸ ਤੁਹਾਨੂੰ ਫਰੂਟਸ, ਵੈਜੀਟੇਬਲਸ ਆਲਰੇਡੀ ਮਿਲ ਰਹੇ ਆ। ਠੀਕ ਹੈ, B1, B2, B6, B12, ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਡੀ ਸੋਲਰ ਧੁੱਪ 'ਚੋਂ ਮਿਲਦਾ ਸਭ ਤੋਂ ਵਧੀਆ। ਸੂਰਜ ਦੇਵਤਾ ਨੂੰ ਪ੍ਰਣਾਮ ਕਰੋ, ਸੂਰਜ ਨੂੰ, ਉੱਥੋਂ ਹੀ ਵਿਟਾਮਿਨ ਡੀ ਜਿਹੜਾ ਨੈਚੁਰਲ ਹੀ ਹੁੰਦੀ। ਨਹੀਂ ਤਾਂ ਫਿਰ ਤੁਹਾਡੇ ਡਾਕਟਰ ਜੋ ਦੇਖਦੇ ਵਿਟਾਮਿਨ ਡੀ ਦੀ ਬਹੁਤ ਡੈਫੀਸ਼ੀਐਂਸੀ 50,000 ਯੂਨਿਟ ਤਾਂ ਲਿਖ ਦੇਣਗੇ ਵੀ ਇੱਕ ਹਫ਼ਤਾ ਖਾਣੀ ਤੁਸੀਂ ਲਗਾਤਾਰ, ਜਾਂ 15 ਦਿਨ ਖਾਣੀ ਹੈ, ਡਿਪੈਂਡਿੰਗ ਔਨ ਵਿਟਾਮਿਨ ਡੀ ਡੈਫੀਸ਼ੀਐਂਸੀ ਕਿੰਨੀ ਹੈ। ਇਸੇ ਤਰ੍ਹਾਂ ਜਦੋਂ ਥਾਇਰਾਇਡ ਲੈਵਲ ਦੇਖਦੇ ਆ ਵੀ, ਇਸੇ ਕਰਕੇ
ਹਾਈਪੋਥਾਇਰੋਇਡਿਜ਼ਮ 'ਚ ਹਰ ਆਦਮੀ ਨੂੰ ਕਿਉਂ ਫਿਰ ਥਾਇਰੋਕਸਿਨ ਖਾਣੀ ਪੈਂਦੀ, ਭਾਵੇਂ ਇੰਡੀਆ 'ਚੋਂ, ਭਾਵੇਂ ਅਮਰੀਕਾ 'ਚੋਂ, ਭਾਵੇਂ ਕੈਨੇਡਾ। ਕੈਮੀਕਲਸ ਉਹੀ ਨੇ, ਨਾਮ ਉਹੀ ਨੇ, ਟ੍ਰੇਡ ਨੇਮਸ ਡਿਫਰੈਂਟ ਨੇ, ਫਾਰਮਾਸਿਊਟੀਕਲ ਕੰਪਨੀਆਂ ਦੇ ਬ੍ਰਾਂਡ ਨੇਮ ਡਿਫਰੈਂਟ ਨੇ, ਵਿੱਚ ਫਾਰਮੂਲੇ ਉਹੀ ਆ ਜਿਨ੍ਹਾਂ ਦੇ ਵਿੱਚ ਲਿਵੋਥੈਰੋਕਸਿਨ ਹੈ, ਸਿੰਥਰਾਇਡ ਹੈ, ਐਲਟਰੋਕਸਿਨ ਹੈ, ਅਸਲ ਦੇ ਵਿੱਚ ਸਾਰਾ ਕੁਝ ਉਹੀ ਆ। ਸੋ ਪਿਆਰੇ ਦਰਸ਼ਕੋ, ਜਿੰਨੀਆਂ ਚੀਜ਼ਾਂ ਤੁਸੀਂ ਮੇਰੇ ਕੋਲ ਨਾਮ ਸੁਣੇ ਨੋਟ ਕਰ ਲਿਆ ਕਰੋ ਕਿ ਮੇਰੇ ਸ਼ੋਅ ਐਜੂਕੇਟਿਵ ਹੁੰਦੇ, ਲੋਕੀ ਰਿਕਾਰਡ ਕਰਦੇ, ਸ਼ੇਅਰ ਕਰਦੇ ਆ, ਔਰ ਉਹਦਾ ਫਿਰ ਮੈਂ ਤੁਹਾਨੂੰ ਥੈਂਕਸ ਕਰਦਾ। ਉਹਨਾਂ ਲੋਕਾਂ ਨੇ ਜਿਹੜੇ ਦਵਾਈ ਮੰਗਾਉਂਦੇ ਆ ਜਾਂ ਜਿਹੜੇ ਇੱਕ ਦੂਜੇ ਨੂੰ ਰੈਫਰ ਕਰਦੇ ਆ ਜਾਂ ਜਦੋਂ ਮੈਨੂੰ ਪੋਜ਼ੀਟਿਵ ਫੀਡਬੈਕ ਦਿੰਦੇ, ਉਹਨਾਂ ਦਾ ਮੇਰਾ ਵੀ ਬਣਦਾ ਥੈਂਕਸ ਕਰਨਾ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਮੈਂ ਚੱਲਿਆ ਤੁਰਿਆ ਜਾ ਰਿਹਾ ਇੰਨੇ ਸਾਲਾਂ ਤੋਂ। ਤੁਸੀਂ ਮੈਨੂੰ ਟੀਵੀ 'ਤੇ ਦੇਖ ਰਹੇ ਹੋ ਓਨਲੀ ਬਿਕਾਜ਼ ਆਫ ਯੂਰ ਕੋਆਪਰੇਸ਼ਨ। ਔਰ ਕਿਸੇ ਕਿਸਮ ਦੀ ਵੀ ਤੁਹਾਨੂੰ ਜੇ ਲੋੜ ਹੈ, ਸਰੀਰ ਦੀ ਕੋਈ ਬਿਮਾਰੀ ਹੋਵੇ, ਟੌਪਿਕ ਅਸੀਂ ਕਈ ਵਾਰੀ ਹਰ ਹਫਤੇ ਡਿਫਰੈਂਟ, ਇਸ ਕਰਕੇ ਕਿ 20-22 ਮਿੰਟ ਦੇ ਵਿੱਚ ਆਪਾਂ ਜੋ ਗੱਲਾਂ ਕਰਨੀਆਂ ਹੁੰਦੀਆਂ, ਕੋਈ ਟੌਪਿਕ ਫੜਨਾ ਹੁੰਦਾ, ਪਰ ਉਹਨਾਂ ਦਰਸ਼ਕਾਂ ਲਈ, ਉਹਨਾਂ ਭੈਣ ਭਰਾਵਾਂ ਮਿੱਤਰਾਂ ਲਈ ਜਿਹੜੇ ਪਹਿਲੀ ਵਾਰੀ ਦੇਖ ਰਹੇ ਹੋਣ, ਉਹਨਾਂ ਲਈ ਇਹ ਗੱਲ ਯਾਦ ਰੱਖਣਾ ਕਿ ਬਿਮਾਰੀ ਸਰੀਰ ਦੀ ਕੋਈ ਹੋਵੇ, ਭਾਵੇਂ ਸਮਝੋ ਤੁਹਾਨੂੰ ਕੋਈ ਬ੍ਰੇਨ ਦੀ ਪ੍ਰੋਬਲਮ ਹੈ, ਥਾਇਰਾਇਡ ਦੀ ਪ੍ਰੋਬਲਮ ਹੈ, ਬੋਡੀ 'ਚ ਕੈਮੀਕਲਸ ਦੀ ਪ੍ਰੋਬਲਮ ਹੈ, ਐਲੀਮੈਂਟਰੀ ਕਨਾਲ ਦੀ ਪ੍ਰੋਬਲਮ ਹੈ, ਕਿਸੇ ਨੂੰ ਕੋਈ ਗੈਸਟਰਾਈਟਸ ਹੈ, ਮਿਹਦੇ 'ਚ ਸੋਜਸ਼ ਹੈ, ਕੌਨਸਟੀਪੇਸ਼ਨ ਹੈ, ਓਵਰਵੇਟ ਹੈ, ਓਬੈਸਿਟੀ ਹੈ, ਵਾਲ ਚੜ੍ਹਦੇ ਹੈ, ਸਕਿਨ ਪ੍ਰੋਬਲਮਸ ਹੈ, ਕਈਆਂ ਦੀ ਸਕਿਨ ਕਿਉਂ ਡਰਾਈ ਰਹਿੰਦੀ ਹੈ ਉਹ ਵੀ ਤੁਹਾਨੂੰ ਦੱਸਿਆ ਸੀ ਪਿਛਲੇ ਹਫਤੇ ਆਪਾਂ, ਬਿਕਾਜ਼ ਦਾ ਥਾਇਰਾਇਡ ਕਰਕੇ। ਸੋ ਸਕਿਨ ਪ੍ਰੋਬਲਮ ਦਾ ਮਤਲਬ ਐਲਰਜੀ ਹੈ, ਐਗਜ਼ੀਮਾ ਹੈ, ਨੇਰ ਚਾਨਣ ਹੈ, ਔਰ ਫਲਵੈਰੀ ਤੱਕ ਦਾ ਇਲਾਜ ਅਸੀਂ ਕਰਦੇ ਹਾਂ, ਜਿਹਨੂੰ ਕਹਿੰਦੇ ਵਿਟਿਲਿਗੋ। ਇਸੇ ਤਰ੍ਹਾਂ ਹੀ ਇੱਕ ਬਿਮਾਰੀ ਦੀ ਚੱਕਰ, ਉਹ ਵੀ ਬੜੀ ਕਾਮਨ, ਉਹਦੇ 'ਤੇ ਮੇਰੇ ਫਿਰ ਕਿਸੇ ਵੇਲੇ ਗੱਲ ਕਰਾਂਗੇ, ਜਿਹਨੂੰ ਕਹਿੰਦੇ ਵਰਟਿਗੋ। ਵਰਟਿਗੋ ਇੱਕ ਬਿਮਾਰੀ ਹੈ, ਇੰਨੇ ਕੁ ਚੱਕਰ ਆਉਂਦੇ ਆ ਕਿ ਬੰਦਾ ਲੇਟੇ ਲੇਟੇ ਪਾਸਾ ਵੀ ਨਹੀਂ ਲੈ ਸਕਦਾ, ਫਿਰ ਨਾਲ ਉਲਟੀ ਆਉਣ ਲੱਗ ਜਾਂਦੀ। ਉਹ ਇੱਕ ਡਿਫਰੈਂਟ ਟੌਪਿਕ ਹੈ। ਤੁਹਾਡੇ ਨੌਲੇਜ 'ਚ ਇਹ ਵਰਡਸ ਤਾਂ ਬੋਲ ਰਹੇ ਆ ਕਿ ਚਿੰਤਾ ਨਾ ਕਰਨਾ, ਕੋਈ ਬਿਮਾਰੀ ਹੋਵੇ, ਆਯੁਰਵੇਦ 'ਚ ਹਰ ਬਿਮਾਰੀ ਦਾ ਇਲਾਜ ਹੈ। ਕਾਰਨ ਇਹ ਹੈ ਕਿ ਰਿਸ਼ੀਆਂ ਮੁਨੀਆਂ ਦੀ ਚਲੀ ਆ ਰਹੀ 5000 ਸਾਲ ਪਹਿਲਾਂ ਤੋਂ ਪੈਥੀ ਹੈ। ਦੇਖੋ ਜੰਗਲਾਂ ਦੇ ਵਿੱਚ ਕੌਣ ਵਿਚਾਰੇ, ਉੱਥੇ ਕੋਈ ਹਕੀਮ ਬੈਠੇ, ਜਾਨਵਰ ਵੀ ਤਾਂ ਵਿਚਾਰੇ, ਹੁਣ ਹਰ ਕਿਸੇ ਸਪੀਸ਼ੀਜ਼ ਦੇ ਵਿੱਚ ਵੀ, ਪੰਛੀ ਵੀ, ਜਾਨਵਰ ਵੀ, ਉਹਨਾਂ ਨੂੰ ਵੀ ਤਾਂ ਕੁਦਰਤ ਟੇਕ ਕੇਅਰ ਕਰ ਰਹੀ ਹੈ ਨਾ, ਕਿਉਂਕਿ ਉਹ ਜੜੀਆਂ ਬੂਟੀਆਂ ਹੀ ਲੈ ਰਹੇ ਆ, ਉਹੀ ਪੱਤਿਆਂ 'ਚੋਂ ਹੀ, ਉਹਨਾਂ ਪੱਤਿਆਂ 'ਚੋਂ ਹੀ, ਉਹਨਾਂ ਜੜੀਆਂ ਬੂਟੀਆਂ ਤੋਂ ਹੀ ਦਵਾਈਆਂ ਬਣਾਈਆਂ ਜਾ ਰਹੀਆਂ। ਭਾਵੇਂ ਤੁਸੀਂ ਐਲੋਪੈਥੀ ਵੀ ਲੈ ਲਓ, ਇਹ ਵੀ ਕੈਮੀਕਲਸ ਜਿੰਨੀ ਹੈ, ਮੇਨ ਐਕਸਟ੍ਰੈਕਟਸ ਇਹ ਵੀ ਉੱਥੇ ਹੀ ਜੜੀਆਂ ਬੂਟੀਆਂ ਤੋਂ ਲੈ ਕੇ ਅੱਗੋਂ ਫਾਰਮਾਸਿਊਟੀਕਲ ਕੰਪਨੀਆਂ ਦਾ ਬਿਜ਼ਨਸ ਮਿਲੀਅਨ ਬਿਲੀਅਨ ਟ੍ਰਿਲੀਅਨ ਡਾਲਰ ਦੀ ਸੇਲ ਹੈ। ਭਾਵੇਂ ਤੁਸੀਂ ਸ਼ੂਗਰ ਦੀਆਂ ਦਵਾਈਆਂ ਖਾ ਰਹੇ ਹੋ, ਬਲੱਡ ਪ੍ਰੈਸ਼ਰ ਦੀਆਂ, ਕੋਲੈਸਟਰੋਲ ਦੀਆਂ, ਮੋਟਾਪੇ ਦੀਆਂ, ਥਾਇਰਾਇਡ ਦੀਆਂ, ਆਰਥਰਾਈਟਸ ਦੀਆਂ ਦਵਾਈਆਂ ਖਾ ਰਹੇ ਹੋ, ਔਰ ਇਹਨਾਂ ਸਾਰੀਆਂ ਦਵਾਈਆਂ ਨਾਲ ਸੈਕਸੁਅਲ ਕਮਜ਼ੋਰੀ ਆਉਂਦੀ ਹੈ। ਔਰ ਮੇਰਾ ਤੁਹਾਨੂੰ ਪਤਾ ਹੈ ਕਿ ਜ਼ਿਆਦਾ ਦਵਾਈ ਸਾਡੀ ਮਰਦਾਨਾ ਤਾਕਤ ਦੀ ਜਾਂਦੀ ਹੈ। ਕੋਈ ਕਿਸੇ ਕਿਸਮ ਦੀ ਪ੍ਰੋਬਲਮ ਹੋਵੇ, ਲਗਾਤਾਰ ਮੇਰੇ ਸਕਰੀਨ 'ਤੇ ਨੰਬਰ ਆ ਰਹੇ ਆ, ਕੋਈ ਹੈਜ਼ੀਟੇਟ ਨਾ ਕਰੋ, ਮੈਸੇਜ ਛੱਡਿਆ ਕਰੋ, ਨੰਬਰ ਛੱਡਿਆ ਕਰੋ। ਟਾਈਮ ਜ਼ਾਸਤ ਨਹੀਂ ਦੇ ਰਿਹਾ। ਤੁਹਾਡੇ ਸਾਰੇ ਦੇਖਣ ਸੁਣਨ ਵਾਲਿਆਂ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ। ਥੈਂਕ ਯੂ।